जी आयां नूं प्यारे विद्यार्थियों 8वीं जमात की अंग्रेज़ी की किताब माई इंग्लिश कंपेनियन उसका लैसन नंबर 10 सेफ्टी वाइल ड्राइविंग उसकी एक्टिविटी नंबर 5 जिसका सिरलेख है क्वेश्चनस आंसरस इस वीडियो में करन जा रहे हाँ। सो तुसी सारे नोटबुक ਅਤੇ ਪੈਨ ਲੈ ਲਓ, आंसरस ਨੂੰ ਕਾਪੀ डाउन कर लो, पढ़ के कंठ करके आप बोलन का लिखण का अभ्यास जरूर करो। सो आओ शुरू करिए ਇਹ वाली एक्टिविटी। ਤੇ ਪਿਆਰੇ ਵਿਦਿਆਰਥੀਓ ਅੱਗੇ ਵਧਣ ਤੋਂ ਪਹਿਲੇ ਦੱਸ ਦਵਾਂ ਇਸੇ ਚੈਨਲ ਦੇ ਉੱਤੇ 8ਵੀਂ ਜਮਾਤ ਦੀਆਂ 4 ਪਲੇਲਿਸਟਾਂ ਹੋਰ ਨੇ 8th ਇੰਗਲਿਸ਼ ਗ੍ਰਾਮਰ 8th ਮੈਥ 8th ਮੈਥ ਨੋਟਸ ਅਤੇ 8th ਸਾਇੰਸ। ਸੋ ਤੁਹਾਡੀ ਮੈਥ ਔਰ ਸਾਇੰਸ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਸੋ ਮੇਰੀ ਤੁਹਾਨੂੰ ਪ੍ਰੇਰਣਾ ਹੈ ਕਿ ਜਿੰਨੀ ਤਵੱਜੋ ਤੁਸੀਂ ਅੰਗਰੇਜ਼ੀ ਵੱਲ ਦੇ ਰਹੇ ਹੋ ਉਨੀ ਹੀ ਤਵੱਜੋ ਗਣਿਤ ਮੈਥ ਜਿਹੜਾ ਹੈ ਤੇ ਵਿਗਿਆਨ ਸਾਇੰਸ ਜੋ ਹੈ ਉਹਦੇ ਵੱਲ ਵੀ ਦੇਵੋ। ठीक है। सो शुरू करिए। यह क्वेश्चन आंसर विच बच्चों है कि डिस्कस अर्थात चर्चा करो तो ग्रुप वर्क है अर्थात 2 3 4 विद्यार्थी ग्रुप बनाएंगे तो यह जो सवाल ने ये जवाब दे विच असीं चर्चा करनी है ताकि सानू बोलण का अभ्यास होवे ते किसी चर्चा विच हिस्सा लैण का सानू अभ्यास होवे, जिहड़े पॉइंट बनाने ने ਉਹਦੇ ਕਾਰਨ ਲੱਭਣੇ ਨੇ दलीलां पेश करनियां ने ਉਹਦੇ बारे सानू अभ्यास होवे। सो मैं तुहाडे लई कर दिता है, ਇਹਦੇ ਨਾਲ ਤੁਹਾਨੂੰ ਸੇਧ ਮਿਲੇਗੀ। ਇਹਦੇ ਵਿੱਚ ਤੁਸੀਂ ਕੋਈ ਨਾ ਕੋਈ ਫੇਰ ਬਦਲ ਜ਼ਰੂਰ ਕਰ ਸਕਦੇ ਹੋ, ਇਹਨੂੰ ਇਹ 'ਚ ਵਾਧਾ ਘਾਟਾ ਕਰ ਸਕਦੇ ਹੋ। ਠੀਕ ਹੈ। ਸੋ ਕੁਐਸਚਨ ਨੰਬਰ ਇਹ ਹੈਗਾ, ਇਹਦਾ ਮਤਲਬ ਇਹ ਕੁਐਸਚਨ ਨੰਬਰ ਹੈ ਤੇ ਇੱਥੇ ਇਹ ਦਾ ਮਤਲਬ ਆਨਸਰ। ਠੀਕ ਹੈ। ਕਹਿੰਦੇ ਵਟ ਮਿਸਟੇਕ ਡਿਡ ਦੀ ਟੂ ਗਰਲਸ ਕਮਿਟ। ਕਮਿਟ ਹੁੰਦਾ ਬੱਚਿਓ ਐਕਸ਼ਨ ਵਿੱਚ ਲਿਆਣਾ ਕਰਨਾ। ਸੋ ਮਿਸਟੇਕ ਦੇ ਨਾਲ ਅਸੀਂ ਵਰਤਦੇ ਹਾਂ ਸ਼ਬਦ ਕਮਿਟ ਵਰਤਦੇ ਹਾਂ। ਵਟ ਮਿਸਟੇਕ ਡਿਡ ਦੀ ਟੂ ਗਰਲਸ ਕਮਿਟ। ਡਿਡ ਭੂਤਕਾਲ ਹੈ ਤੇ ਕਮਿਟ ਦੇਖੋ ਫਸਟ ਫਾਰਮ ਹੈ ਵਰਬ ਦੀ। ਜਦੋਂ ਅਸੀਂ ਜਵਾਬ ਦੇਵਾਂਗੇ ਡਿਡ ਕਰਕੇ ਅਸੀਂ ਇਹਦੇ ਨੂੰ ਕਮਿਟਡ ਕਰ ਦਿੱਤਾ ਹੈ। ਠੀਕ ਹੈ। ਸੈਕਿੰਡ ਫਾਰਮ ਵਰਤਾਂਗੇ। ਸੋ ਵਟ ਮਿਸਟੇਕ ਡਿਡ ਦੀ ਟੂ ਗਰਲਸ ਕਮਿਟ ਅਰਥਾਤ ਦੋ ਕੁੜੀਆਂ ਨੇ, ਉਹ ਦੋ ਕੁੜੀਆਂ ਜਿਹੜੀਆਂ ਪਾਤਰ ਨੇ ਇਸ ਲੈਸਨ ਦੀਆਂ, ਕਹਿੰਦੇ ਉਹਨਾਂ ਨੇ ਕਿਹੜੀ ਗਲਤੀ ਕੀਤੀ। ਠੀਕ ਹੈ। ਪਹਿਲਾ ਜਵਾਬ ਤੇ ਅਸੀਂ ਇਹ ਦੇਣਾ, ਇੱਕ ਇਹ ਸਵਾਲ ਹੈ। ਫਿਰ ਦੂਜਾ ਸਵਾਲ ਇਹਦੇ ਵਿੱਚ ਹੀ ਹੈਗਾ, ਕਹਿੰਦੇ ਹੈਡ ਦੀ ਪੁਲਿਸ ਨਾਟ ਕੌਟ ਦੈਮ ਅਰਥਾਤ ਜੇ ਕਿਤੇ ਪੁਲਿਸ ਨੇ ਉਹਨਾਂ ਨੂੰ ਨਾ ਫੜ ਲਿਆ ਹੁੰਦਾ, ਕਿੱਥੇ ਨੀਅਰ ਦੇਅਰ ਹੋਮ ਉਹਨਾਂ ਦੇ ਘਰ ਦੇ ਲਾਗੇ ਹੀ ਨਾ ਫੜ ਲਿਆ ਹੁੰਦਾ, ਵਟ ਕੁਡ ਹੈਵ ਹੈਪਨਡ ਟੂ ਦੈਮ ਉਹਨਾਂ ਨੂੰ ਕੀ ਹੋ ਸਕਦਾ ਸੀ, ਉਹਨਾਂ ਦੇ ਨਾਲ ਕੀ ਵਾਪਰ ਸਕਦਾ ਸੀ। ਠੀਕ ਹੈ। ਹੁਣ ਅਸੀਂ ਜੋ ਲੈਸਨ ਪੜ੍ਹਿਆ ਹੈ ਤੁਹਾਨੂੰ ਉਹਦੇ ਲਈ ਵੀਡੀਓ ਬਣਾ ਦਿੱਤਾ ਹੈ, ਸਾਰਾ ਲੈਸਨ ਪੜ੍ਹ ਕੇ ਸੁਣਾ ਦਿੱਤਾ ਹੈ, ਅਰਥ ਕਰ ਦਿੱਤੇ ਨੇ, ਉਹਦੇ ਵਿੱਚੋਂ ਜਵਾਬ ਲੱਭਣਾ ਆਪਾਂ। ਦੇਖੋ ਹੁਣ ਕੀ ਹੈ। ਸੋ ਪਹਿਲੇ ਇਹਦਾ ਜਵਾਬ ਦਈਏ ਵਟ ਮਿਸਟੇਕ ਡਿਡ ਦੀ ਟੂ ਗਰਲਸ ਕਮਿਟ। ਸੋ ਉਹਨਾਂ ਨੇ ਕਿਹੜੀ ਗਲਤੀ ਕੀਤੀ ਅਸੀਂ ਜਾਣਦੇ ਹਾਂ ਬੱਚਿਓ। ਉਹਨਾਂ ਨੇ ਘਰ ਵਿੱਚੋਂ ਆਪਣੀ ਕਾਰ ਦੀ ਚਾਬੀ ਚੋਰੀ ਕੀਤੀ। ਜਿਹੜੀ ਕੁੜੀ ਸੀਗੀ ਉਹਦੀ ਮਾਂ ਦਿੱਲੀ ਚਲੀ ਗਈ ਸੀਗੀ ਤੇ ਉਹਨੇ ਪਿੱਛੋਂ ਦੀ ਕਾਰ ਕਿਹਾ ਵਿਹਲੀ ਹੈ ਤੇ ਉਹਦੀ ਕਾਰ ਚੋਰੀ ਕੀਤੀ ਆਪਣੀ ਸਹੇਲੀ ਨੂੰ ਬੁਲਾ ਕੇ, ਤੇ ਫਿਰ ਕੀ ਕੀਤਾ ਕਾਰ ਨੂੰ ਸੜਕ ਤੇ ਲੈ ਗਏ ਕਿਉਂਕਿ ਉਹ ਮਾਈਨਰ ਸੀਗੇ, ਨਾਬਾਲਿਗ ਸੀਗੀਆਂ, 18 ਸਾਲ ਤੋਂ ਛੋਟੀਆਂ ਸੀਗੀਆਂ ਤੇ ਉਹਨਾਂ ਕੋਲ ਕੋਈ ਡਰਾਈਵਿੰਗ ਲਾਇਸੈਂਸ ਵੀ ਨਹੀਂ ਸੀ। ਇਹ ਸੀ ਗਲਤੀ। ਆ ਦੇਖੋ ਦੀ ਟੂ ਗਰਲਸ ਕਮਿਟਡ ਦੀ ਮਿਸਟੇਕ, ਕਿਉਂਕਿ ਡਿਡ ਹੈਗਾ ਸੋ ਕਮਿਟ ਦਾ ਬਣ ਜਾਏਗਾ ਕਮਿਟਡ। ਦੀ ਟੂ ਗਰਲਸ ਕਮਿਟਡ ਦੀ ਮਿਸਟੇਕ ਦੋ ਕੁੜੀਆਂ ਨੇ ਗਲਤੀ ਕੀਤੀ ਕਿਹੜੀ, ਆਫ ਸਟੀਲਿੰਗ ਚੋਰੀ ਕਰਨ ਦੀ। ਸਟੀਲਿੰਗ ਮਾਨੇ ਚੋਰ, ਸਟੀਲ ਮਾਨੇ ਚੋਰੀ ਕਰਨਾ, ਆਫ ਸਟੀਲਿੰਗ ਚੋਰੀ ਕਰਨ ਦੀ ਕੀ, ਦੀ ਕਾਰ ਕੀ, ਕਾਰ ਦੀ ਚਾਬੀ ਦੀ। ਫਿਰ ਅੱਗੇ ਕੀ ਕੀਤਾ, ਕਾਰ ਦੀ ਚਾਬੀ ਚੋਰੀ ਕਰ ਲਈ ਐਂਡ ਅਤੇ ਟੇਕਿੰਗ ਦੀ ਕਾਰ ਆਊਟ ਔਨ ਦੀ ਰੋਡ ਅਤੇ ਕਾਰ ਨੂੰ ਬਾਹਰ ਸੜਕ ਤੇ ਲਿਜਾਣ ਦੀ। ਕਾਰ ਦੀ ਚਾਬੀ ਚੋਰੀ ਕਰਨ ਦੀ ਅਤੇ ਕਾਰ ਨੂੰ ਬਾਹਰ ਸੜਕ ਤੇ ਲਿਜਾਣ ਦੀ ਗਲਤੀ ਕੀਤੀ। ਈਵਨ ਦੋ ਹਾਲਾਂਕਿ ਬੇਸ਼ੱਕ ਭਾਵੇਂ ਦੇਵਰ ਮਾਈਨਰਸ ਉਹ ਨਾਬਾਲਗ ਸਨ, ਮਾਈਨਰ ਮੈਨੇ 18 ਸਾਲ ਤੋਂ ਥੱਲੇ ਛੋਟੀਆਂ ਸਨ, ਦੇਵਰ ਮਾਈਨਰਸ ਐਂਡ ਡਿਡ ਨਾਟ ਹੈਵ ਆ ਡਰਾਈਵਿੰਗ ਲਾਇਸੈਂਸ ਤੇ ਉਹਨਾਂ ਕੋਲ ਕੋਈ ਵੀ ਗੱਡੀ ਵਾਹਨ ਮੋਟਰ ਵਾਹੀਕਲ ਚਲਾਉਣ ਦਾ ਲਾਇਸੈਂਸ ਨਹੀਂ ਸੀ। ਇਹ ਗਲਤੀ ਸੀ ਉਹਨਾਂ ਦੀ। ਹੁਣ ਅਸੀਂ ਅਗਲੇ ਸਵਾਲ ਦਾ ਜਵਾਬ ਦੇਣਾ ਕਿ had the police not caught them near their home what could have happened to them। if the police had not caught them ਜੇਕਰ ਪੁਲਿਸ ਨੇ ਉਹਨਾਂ ਨੂੰ ਨਾ ਫੜ ਲਿਆ ਹੁੰਦਾ ਕੀ ਹੋ ਸਕਦਾ ਸੀ, they could have met with an accident ਉਹਨਾਂ ਦੇ ਨਾਲ ਕੋਈ ਹਾਦਸਾ ਵਾਪਰ ਸਕਦਾ ਸੀ। hurting ਸੱਟ ਮਤਲਬ ਸੱਟ ਫੇਟ ਲੈਂਦੇ ਹੋਏ ਕਿਹਦੇ ਵਾਸਤੇ, ਕਿਹਨਾਂ ਨੂੰ, themselves ਉਹਨਾਂ ਨੂੰ, ਔਰ someone on the road ਅਰਥਾਤ ਜੇ ਪੁਲਿਸ ਨੇ ਨਾ ਫੜ ਲਿਆ ਹੁੰਦਾ ਤੇ ਕੋਈ ਨਾ ਕੋਈ ਹਾਦਸਾ ਹੋ ਸਕਦਾ ਸੀ ਜਿਹਦੇ ਕਰਕੇ ਉਹਨਾਂ ਨੂੰ ਸੱਟ ਲੱਗ ਸਕਦੀ ਸੀ ਜਾਂ ਸੜਕ ਦੇ ਕਿਸੇ ਹੋਰ ਬੰਦੇ ਨੂੰ, ਇਨਸਾਨ ਨੂੰ ਸੱਟ ਲੱਗ ਸਕਦੀ ਸੀ। ਠੀਕ ਹੈ। ਸੋ ਇਹ ਵੀ ਬੱਚਿਓ ਪਹਿਲੇ ਸਵਾਲ ਦਾ ਜਵਾਬ। ਅੱਗੇ ਚਲੀਏ।
ਹੁਣ ਆ ਗਿਆ ਕੁਐਸਚਨ ਨੰਬਰ B। ਕਹਿੰਦੇ what are the two most important traffic rules that we all should follow। ਕਹਿੰਦੇ ਉਹ ਦੋ ਸਭ ਤੋਂ ਮਹੱਤਵਪੂਰਨ ਟ੍ਰੈਫਿਕ ਦੇ ਕਿਹੜੇ ਅਸੂਲ ਹਨ ਜਿਹੜੇ ਸਾਨੂੰ ਸਾਰਿਆਂ ਨੂੰ ਮੰਨਣੇ ਚਾਹੀਦੇ ਹਨ। ਫੋਲੋ ਮੈਨੇ ਉਹਦਾ ਮਗਰ ਚੱਲਣਾ ਚਾਹੀਦਾ, ਉਹਨਾਂ ਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇੱਥੇ ਫੋਲੋ ਦਾ ਮਤਲਬ ਪਾਲਣਾ ਕਰਨੀ, ਠੀਕ ਹੈ। ਇਹ ਪਹਿਲਾ ਸਵਾਲ ਹੈ। ਫਿਰ ਕਹਿੰਦੇ ਵਾਈ ਡੂ ਯੂ ਥਿੰਕ ਇਟ ਇਜ਼ ਇੰਪੋਰਟੈਂਟ ਟੂ ਫੋਲੋ ਟ੍ਰੈਫਿਕ ਰੂਲਸ। ਤੁਹਾਨੂੰ ਕਿਉਂ ਲੱਗਦਾ ਹੈ, ਤੁਹਾਡੇ ਵਿਚਾਰ ਦੇ ਮੁਤਾਬਕ ਜਾਂ ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਟ੍ਰੈਫਿਕ ਕਾਨੂੰਨਾਂ ਨੂੰ ਦੀ ਪਾਲਣਾ ਕਰਨੀ ਮਹੱਤਵਪੂਰਨ ਹੈ, ਜ਼ਰੂਰੀ ਹੈ, ਠੀਕ ਹੈ। ਆਓ ਹੁਣ ਇਹ ਦੋਨੋਂ ਸਵਾਲਾਂ ਦਾ ਜਵਾਬ ਦਈਏ। ਦੀ ਫਸਟ ਟ੍ਰੈਫਿਕ ਰੂਲ ਇਜ਼ ਟੂ ਹੈਵ ਅ ਵੈਲਿਡ ਮੈਨੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ, ਫਰਜ਼ੀ ਨਹੀਂ, ਨਕਲੀ ਨਹੀਂ, ਵੈਲਿਡ ਹੁੰਦਾ ਅਸਲੀ, ਜੈਨੂਇਨ, ਮਤਲਬ ਕਿ ਜਿਹੜੀ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਹੋਇਆ ਡਰਾਈਵਿੰਗ ਲਾਇਸੈਂਸ, ਠੀਕ ਹੈ। ਮਤਲਬ ਕਿ ਡਰਾਈਵਿੰਗ ਸਕੂਲ ਤੋਂ ਪਹਿਲੇ ਟ੍ਰੇਨਿੰਗ ਲਈ ਹੋਵੇ, ਫਿਰ ਲਰਨਰਸ ਡਰਾਈਵਿੰਗ ਲਾਇਸੈਂਸ ਬਣਾਇਆ ਹੋਵੇ, ਤੇ ਲਰਨਰ ਡਰਾਈਵਿੰਗ ਲਾਇਸੈਂਸ ਜਿਹੜੇ ਪੂਰੀ ਮਿਆਦ ਹੋ ਚੁੱਕੀ ਹੋਵੇ ਤੇ ਫਿਰ ਪੇਪਰ ਦੇ ਕੇ ਡਰਾਈਵਿੰਗ ਟੈਸਟ ਦੇ ਕੇ ਪ੍ਰੋਪਰ ਡਰਾਈਵਿੰਗ ਲਾਇਸੈਂਸ ਲਿਆ ਹੋਵੇ, ਉਹਨੂੰ ਕਹਿੰਦੇ ਵੈਲਿਡ ਡਰਾਈਵਿੰਗ ਲਾਇਸੈਂਸ। ਐ ਨਹੀਂ ਵੱਡੀ ਦੇ ਕੇ ਸਿਫਾਰਿਸ਼ ਦੇ ਨਾਲ ਜਾਂ ਹੋਰ 2 ਨੰਬਰੀ ਕੰਮ ਕਰਕੇ ਡਰਾਈਵਿੰਗ ਲਾਇਸੈਂਸ ਲੈ ਲੈਣਾ, ਉਹਨੂੰ ਵੈਲਿਡ ਡਰਾਈਵਿੰਗ ਲਾਇਸੈਂਸ ਅਸੀਂ ਨਹੀਂ ਕਹਾਂਗੇ। ਕਹਿੰਦੇ ਦੀ ਫਸਟ ਟ੍ਰੈਫਿਕ ਰੂਲ, ਜਿਹੜਾ ਪਹਿਲਾ ਸਭ ਤੋਂ ਮਹੱਤਵਪੂਰਨ ਟ੍ਰੈਫਿਕ ਰੂਲ ਤੇ ਉਹ ਇਹੀ ਹੈ ਟੂ ਹੈਵ ਅ ਵੈਲਿਡ ਡਰਾਈਵਿੰਗ ਲਾਇਸੈਂਸ ਫॉर ਡਰਾਈਵਿੰਗ ਅ ਮੋਟਰ ਵਹੀਕਲ ਔਨ ਦਾ ਰੋਡਸ। ਸੜਕਾਂ ਦੇ ਉੱਤੇ ਮੈਂ ਕਿਉਂ ਕਿਹਾ ਬੱਚਿਓ, ਹੁਣ ਟਰੈਕਟਰ ਵੀ ਬੰਦੇ ਚਲਾਉਂਦੇ ਨੇ, ਉਹ ਤੇ ਖੇਤਾਂ ਵਿੱਚ ਚਲਾਉਂਦੇ ਨੇ, ਪਰ ਖੇਤਾਂ 'ਚ ਟ੍ਰੈਫਿਕ ਥੋੜੀ ਚੱਲਦਾ, ਉੱਥੇ ਤੇ ਕੋਈ ਵੀ ਬੰਦਾ ਚਲਾ ਸਕਦਾ ਇੱਧਰ ਉੱਧਰ ਜਿੱਦਾਂ ਮਰਜ਼ੀ ਮੋੜੀ ਜਾਓ। ਸੋ ਸੜਕਾਂ ਦੇ ਉੱਤੇ ਜਦੋਂ ਤੁਸੀਂ ਮੋਟਰ ਵਹੀਕਲ, ਜੇ ਅਸੀਂ ਟਰੈਕਟਰ ਵੀ ਲੈ ਕੇ ਆਉਣਾ ਸੜਕਾਂ ਦੇ ਉੱਤੇ, ਜੇ ਖੇਤਾਂ ਵਿੱਚ ਚਲਾ ਰਹੇ ਹੋ ਤਾਂ ਗੱਲ ਵੱਖਰੀ ਹੈ, ਪਰ ਜੇ ਤੁਸੀਂ ਟਰੈਕਟਰ ਨੂੰ ਸੜਕ ਤੇ ਲੈਣ ਦਾ, ਫਿਰ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ। ਸੋ ਦੀ ਫਸਟ ਡਰਾਈਵਿੰਗ ਰੂਲ ਇਜ਼ ਟੂ ਹੈਵ ਅ ਵੈਲਿਡ ਡਰਾਈਵਿੰਗ ਲਾਇਸੈਂਸ ਫॉर ਡਰਾਈਵਿੰਗ ਅ ਮੋਟਰ ਵਹੀਕਲ ਔਨ ਦੀ ਰੋਡਸ। ਇਹ ਤੇ ਪਹਿਲਾ ਹੋ ਗਿਆ। ਦੀ ਸੈਕਿੰਡ ਇਜ਼ ਟੂ ਡਰਾਈਵ ਵਿਦਿਨ ਦੀ ਸਪੀਡ ਲਿਮਿਟ। ਤੇ ਦੂਜਾ ਸਭ ਤੋਂ ਮਹੱਤਵਪੂਰਨ ਹੈ, ਜਿਹੜੀ ਉਸ ਇਲਾਕੇ ਦੀ, ਉਸ ਸੜਕ ਦੀ ਜਿੰਨੀ ਸਪੀਡ ਦੀ ਸੀਮਾ ਨਿਯਤ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ, ਉਸ ਸਪੀਡ ਤੋਂ ਥੱਲੇ ਥੱਲੇ ਗੱਡੀ ਚਲਾਉਣੀ ਚਾਹੀਦੀ ਹੈ। ਬੱਚਿਓ ਮੈਂ ਸਾਰੀ ਉਮਰ ਜਹਾਜ਼ ਚਲਾਇਆ, +2 ਤੋਂ ਬਾਅਦ ਮਰਚੈਂਟ ਨੇਵੀ ਚਲਾ ਗਿਆ। ਤੁਹਾਨੂੰ ਪਤਾ ਹੈ ਬੱਚਿਓ, ਮਰਚੈਂਟ ਨੇਵੀ ਵਿੱਚ ਵੀ ਸਮੁੰਦਰਾਂ ਵਿੱਚ ਵੀ ਜਹਾਜ਼ਾਂ ਦੀ ਟੱਕਰਾਂ ਵੀ ਲੱਗਦੀਆਂ, ਜਹਾਜ਼ਾਂ ਦੇ ਕੋਲੀਜਨ ਵੀ ਹੁੰਦੇ ਨੇ। ਤੇ ਤੁਹਾਨੂੰ ਪਤਾ ਹੈ ਬੱਚਿਓ, 90% ਜਹਾਜ਼ ਦੇ ਕੋਲੀਜਨਾਂ ਦਾ ਕਾਰਨ ਕੀ ਹੈਗਾ? ਓਵਰ ਸਪੀਡ। ਜਹਾਜ਼ ਹੀ ਲੋਕੀ ਜਿਹੜੇ ਸਪੀਡ ਘੱਟ ਚਲਾਉਣੀ ਚਾਹੀਦੀ, ਜ਼ਿਆਦਾ ਸਪੀਡ ਤੇ ਚਲਾਉਂਦੇ ਨੇ, ਉੱਥੇ ਸਾਡੀ ਵੀ ਟੱਕਰਾਂ ਹੁੰਦੀਆਂ ਨੇ। ਪਰ ਵਾਹਿਗੁਰੂ ਦੀ ਕਿਰਪਾ ਨਾਲ ਮੇਰੇ ਜਹਾਜ਼ ਦੀ ਕਦੀ ਕਿਸੇ ਨਾਲ ਟੱਕਰ ਨਹੀਂ ਲੱਗੀ, ਠੀਕ ਹੈ ਨਾ, ਕਿਉਂਕਿ ਅਸੀਂ ਸਪੀਡ ਲਿਮਿਟ ਚਲਾਉਂਦੇ ਹਾਂ। ਤੇ ਸੜਕਾਂ ਦੇ ਉੱਤੇ ਵੀ ਜਿਹੜੇ ਵਾਹਨ ਹੁੰਦੇ ਨੇ, ਵਹੀਕਲਸ ਹੁੰਦੇ ਨੇ, ਕਾਰਾਂ ਗੱਡੀਆਂ ਨੇ, ਉਹਨਾਂ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਐਕਸੀਡੈਂਟ ਦਾ ਹੈ, ਉਹ ਹੈ ਸਪੀਡ ਜ਼ਿਆਦਾ ਚਲਾਉਣੀ। ਜਦੋਂ ਸਪੀਡ ਅਸੀਂ ਜ਼ਿਆਦਾ ਚਲਾਉਂਦੇ ਹਾਂ, ਓਵਰ ਸਪੀਡ ਕਰਦੇ ਹਾਂ, ਤਦ ਗੱਡੀ ਸਾਡੇ ਕਾਬੂ ਤੋਂ ਬਾਹਰ ਹੋ ਜਾਂਦੀ ਹੈ। ਫਿਰ ਬ੍ਰੇਕ ਲਾਉਣੀ ਵੀ ਔਖੀ ਹੈ, ਮੋੜਨੀ ਵੀ ਔਖੀ ਹੈ, ਤੇ ਹੋਰ ਕੋਈ ਫੈਸਲਾ ਕਰਨਾ ਵੀ ਔਖਾ ਹੋ ਜਾਂਦਾ ਹੈ। ਇਸ ਕਰਕੇ ਗੱਡੀ ਬੱਚਿਓ ਸਭ ਤੋਂ ਮਹੱਤਵਪੂਰਨ, ਜਿਹੜੀ ਪਹਿਲਾਂ ਦੀ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਗੱਡੀ ਨਹੀਂ ਚਲਾਉਣੀ, ਤੇ ਦੂਜੀ ਇਹਦੀ ਸੈਕਿੰਡ ਇਜ਼ ਟੂ ਡਰਾਈਵ ਵਿਦ ਇਨ ਦੀ ਸਪੀਡ ਲਿਮਿਟ। ਹਰ ਥਾਂ ਤੇ ਬੱਚਿਓ ਸਪੀਡ ਲਿਮਿਟ ਹੁੰਦੀ ਹੈ, ਠੀਕ ਹੈ। ਜਦੋਂ ਪਿੰਡ ਵਿੱਚ ਲੰਘੋ ਗੱਡੀ ਹੌਲੀ ਕਰ ਦਿਓ, ਸਕੂਲ ਦੇ ਮੂਹਰੇ ਲੰਘੋ ਗੱਡੀ ਹੌਲੀ ਕਰ ਦਿਓ, ਧੁੰਦ ਦੇ ਵਿੱਚ ਕਦੀ ਓਵਰਟੇਕ ਨਾ ਕਰੋ। ਜਿੱਥੇ ਓਲੇ ਵਾਲਾ ਮੋੜ ਆ ਜਾਏ, ਜਿੱਥੇ ਬਲਾਈਂਡ ਬੈਂਡ ਕਹਿੰਦੇ ਆ, ਜਿੱਥੇ ਸਾਨੂੰ ਅੱਗੇ ਜਾਂਦੇ ਮੋੜਲਾ ਕੁਝ ਦੀਦਾ ਨਹੀਂ, ਉੱਥੇ ਕਦੀ ਵੀ ਗੱਡੀ ਓਵਰਟੇਕ ਨਹੀਂ ਕਰਨੀ ਚਾਹੀਦੀ। ਸੋ ਇਹ ਬੱਚਿਓ ਨਿੱਕੀ ਨਿੱਕੀ ਗੱਲਾਂ ਹੁੰਦੀਆਂ ਨੇ। ਸੋ ਅਗਰ ਅਸੀਂ ਇੱਦਾਂ ਕਰਾਂਗੇ, ਅਸੀਂ ਆਪ ਵੀ ਸੁਰੱਖਿਅਤ ਰਵਾਂਗੇ ਤੇ ਦੂਜੇ ਨੂੰ ਵੀ ਸੁਰੱਖਿਅਤ ਰੱਖਾਂਗੇ, ਠੀਕ ਹੈ। ਫਿਰ ਅਗਲੀ ਗੱਲ ਹੈ, ਹੁਣ ਅਸੀਂ ਇਹ ਦੋ ਰੂਲ ਤੇ ਅਸੀਂ ਗੱਲ ਕਰ ਲਈ। ਇੱਕ ਤੇ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ, ਤੇ ਦੂਜੀ ਗੱਲ ਮੇਰੇ ਹਿਸਾਬ ਨਾਲ ਇਹ ਕਿ ਗੱਡੀ ਹਮੇਸ਼ਾ ਨਿਯਤ ਸਪੀਡ ਦੀ ਸੀਮਾ ਦੇ ਵਿਚਕਾਰ, ਉਹਦੇ ਅੰਦਰ ਰਹਿ ਕੇ ਚਲਾਉਣੀ ਚਾਹੀਦੀ ਹੈ। ਘਰੋਂ ਸਮੇਂ ਸਿਰ ਨਿਕਲਣਾ ਚਾਹੀਦਾ ਹੈ ਤੇ ਸੜਕ ਉੱਤੇ ਕਦੀ ਵੀ ਕਾਹਲੀ ਨਹੀਂ ਕਰਨੀ ਚਾਹੀਦੀ, ਠੀਕ ਹੈ। ਹੁਣ ਕਹਿੰਦੇ ਵਾਈ ਡੂ ਯੂ ਥਿੰਕ ਇਟ ਇਜ਼ ਇੰਪੋਰਟੈਂਟ ਟੂ ਫੋਲੋ ਟ੍ਰੈਫਿਕ। ਹੁਣ ਇਹਦਾ ਜਵਾਬ ਦੇ ਦਈਏ। ਇਟ ਇਜ਼ ਇੰਪੋਰਟੈਂਟ ਟੂ ਫੋਲੋ ਟ੍ਰੈਫਿਕ ਰੂਲਸ, ਅਰਥਾਤ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਮਹੱਤਵਪੂਰਨ ਹੈ। ਕਿਉਂ? ਟੂ ਪ੍ਰੀਵੈਂਟ ਮੈਨੇ ਰੋਕਿਆ ਜਾ ਸਕੇ, ਐਕਸੀਡੈਂਟਸ, ਹਾਦਸਿਆਂ ਨੂੰ, ਐਂਡ ਇੰਸ਼ੋਰ ਮੈਨੇ ਯਕੀਨੀ ਬਣਾਇਆ ਜਾ ਸਕੇ ਕਿ ਦੀ ਸੇਫਟੀ ਮੈਨੇ ਸੁਰੱਖਿਆ ਆਫ ਪੀਪਲ ਔਨ ਦੀ ਰੋਡਸ, ਅਰਥਾਤ ਹਾਦਸਿਆਂ ਨੂੰ ਰੋਕਣ ਲਈ ਅਤੇ ਸੜਕਾਂ ਦੇ ਉੱਤੇ ਜਿਹੜੇ ਲੋਕ ਵਿਚਰਦੇ ਪਏ ਨੇ, ਚਾਹੇ ਪੈਦਲ ਨੇ, ਸਾਈਕਲਾਂ ਤੇ ਨੇ, ਸਕੂਟਰ ਤੇ ਨੇ, ਹੋਰ ਵਾਹਨਾਂ ਤੇ ਨੇ, ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹਨਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਮਹੱਤਵਪੂਰਨ ਹੈ, ਠੀਕ ਹੈ ਬੱਚਿਓ। ਸੋ ਇਸ ਤਰ੍ਹਾਂ ਤੁਸੀਂ ਦੇਖੋ, ਯਾਦ ਕਰੋ, ਤੁਹਾਡਾ ਗਿਆਨ ਵੀ ਵੱਧ ਰਿਹਾ। ਤੁਸੀਂ ਸਾਰਿਆਂ ਨੇ ਵੱਡੇ ਹੋ ਕੇ ਕੰਮਾਂ ਕਾਰਾਂ ਤੇ ਲੱਗਣਾ ਹੈ, ਨੌਕਰੀਆਂ ਕਰਨੀਆਂ, ਤੇ ਤੁਸੀਂ ਵੀ ਗੱਡੀਆਂ ਰੱਖਣੀਆਂ, ਚਲਾਉਣੀਆਂ। ਤੇ ਬੱਚਿਓ ਇਹ ਜਿਹੜੀਆਂ ਗੱਲਾਂ ਨੇ ਬਹੁਤ ਹੀ ਮਹੱਤਵਪੂਰਨ ਨੇ, ਇਹਨਾਂ ਨੂੰ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਸਾ ਲਵੋ ਕਿ ਤੁਸੀਂ
ਜਿਹੜੀ ਗਲਤੀਆਂ ਅੱਜ ਕੱਲ ਆਮ ਲੋਕ ਕਰਦੇ ਪਏ ਨੇ ਗੱਡੀਆਂ ਚਲਾਉਣ ਲੱਗੇ ਉਹ ਅਸੀਂ ਨਹੀਂ ਕਰਨੀਆਂ। ਠੀਕ ਹੈ, ਅੱਗੇ ਚਲੀਏ। ਆਖਰੀ ਕੁਐਸਚਨ ਸੀ, ਵਾਈ ਇਜ਼ ਇਟ ਇੰਪੋਰਟੈਂਟ? ਇਹ ਕਿਉਂ ਮਹੱਤਵਪੂਰਨ ਹੈ, ਕਿਉਂ ਜ਼ਰੂਰੀ ਹੈ? ਫॉर एवरीवन, ਹਰ ਕਿਸੇ ਲਈ, ਔਨ ਦਾ ਰੋਡ, ਜੋ ਸੜਕ ਉੱਤੇ ਹੈ, ਟੂ ਬੀ ਪੇਸ਼ੈਂਟ, ਸਬਰ ਰੱਖਣਾ। ਕਹਿੰਦੇ ਸੜਕ ਤੇ ਜਾਂਦੇ ਹਰ ਮਨੁੱਖ ਲਈ ਸਬਰ ਰੱਖਣਾ ਕਿਉਂ ਜ਼ਰੂਰੀ ਹੈ? ਬਹੁਤ ਸਬਰ ਹੋਣਾ ਚਾਹੀਦਾ ਹੈ, ਕਾਲਾਪਨ ਨਹੀਂ ਹੋਣਾ ਚਾਹੀਦਾ, ਬੇਚੈਨੀ ਨਹੀਂ ਹੋਣੀ ਚਾਹੀਦੀ। और देखिए ਇਹਦਾ ਜਵਾਬ ਦਈਏ, ਬੜਾ ਹੀ ਬੱਚੋ ਮਹੱਤਵਪੂਰਨ ਸਵਾਲ ਹੈ। ਕਹਿੰਦੇ ਇਟ ਇਜ਼ ਇੰਪੋਰਟੈਂਟ ਫॉर एवरीवन ਔਨ ਦੀ ਰੋਡ ਟੂ ਬੀ ਪੇਸ਼ੈਂਟ। ਕਿਉਂ? ਪਹਿਲੇ ਤਾਂ ਇੱਥੇ ਲੈ ਲਈ ਜਵਾਬ, ਹੈ ਨਾ, ਇਹ ਸਾਰਾ ਇਹ ਲੈ ਲਿਆ, ਇਟ ਇਜ਼ ਇੰਪੋਰਟੈਂਟ ਫॉर एवरीवन ਔਨ ਦਾ ਰੋਡ ਟੂ ਬੀ ਪੇਸ਼ੈਂਟ ਬਿਕੋਜ਼, ਕਿਉਂਕਿ ਵਾਈ ਪੁੱਛਿਆ, ਬਿਕੋਜ਼ ਇੰਪੇਸ਼ੈਂਸ। ਹੁਣ ਪੇਸ਼ੈਂਸ ਹੁੰਦੀ ਹੈ ਸਬਰ, ਪੇਸ਼ੈਂਟ ਹੁੰਦਾ ਹੈ ਉਹ ਬੰਦਾ ਜਿਹਦੇ ਵਿੱਚ ਸਬਰ ਹੈ, ਸਬਰ ਵਾਲਾ, ਤੇ ਪੇਸ਼ੈਂਸ ਹੁੰਦੀ ਹੈ ਸਬਰ ਦੀ ਅਵਸਥਾ, ਸਬਰ। ਤੇ ਇੰਪੇਸ਼ੈਂਸ ਹੁੰਦਾ ਬੇਸਬਰੀ, ਕਾਲਾਪਨ। ਬਿਕੋਜ਼ ਇੰਪੇਸ਼ੈਂਸ ਵਿਲ ਲੀਡ ਟੂ ਰੋਂਗ, ਗਲਤ, ਐਂਡ ਇੰਪਲਸਿਵ ਮਾਨੇ ਕਾਲੀ ਵਿੱਚ ਲਏ ਗਏ ਡਿਸੀਜਨਸ, ਫੈਸਲੇ, ਕਾਜ਼ਿੰਗ ਐਕਸੀਡੈਂਟਸ, ਜੋ ਕਿ ਹਾਦਸਿਆਂ ਦਾ ਕਾਰਨ ਬਣਨਗੇ। ਸੋ ਸਭ ਤੋਂ ਵੱਡੀ ਗੱਲ ਕੀ ਹੈ ਬੱਚੋ, ਜਿਹੜੀ ਇੰਪੇਸ਼ੈਂਸ ਹੈ, ਬੇਸਬਰੀ ਹੈ, ਵਿਲ ਲੀਡ ਟੂ ਮਤਲਬ ਲੈ ਕੇ ਜਾਏਗੀ, ਜੇ ਅਸੀਂ ਬੇਸਬਰੇ ਹੋਵਾਂਗੇ ਤੇ ਅਸੀਂ ਫੈਸਲੇ ਕਿਹੜੇ ਲਵਾਂਗੇ? ਰੋਂਗ, ਗਲਤ ਲਵਾਂਗੇ, ਅਤੇ ਕਾਲੇ ਲਵਾਂਗੇ, ਕਾਲੇ ਅਤੇ ਗਲਤ ਫੈਸਲੇ ਲਵਾਂਗੇ, ਕਾਜ਼ਿੰਗ ਐਕਸੀਡੈਂਟਸ, ਜੋ ਕਿ ਹਾਦਸਿਆਂ ਦਾ ਕਾਰਨ ਬਣਨਗੇ। ਠੀਕ ਹੈ। ਫਿਰ ਸਮਟਾਈਮਸ, ਕਦੀ ਕਦੀ ਕੀ ਹੁੰਦਾ ਹੈ, ਦੀ ਇੰਪੇਸ਼ੈਂਟ ਬਿਹੇਵੀਅਰ, ਅਰਥਾਤ ਬੇਸਬਰੀ ਵਾਲਾ ਵਰਤਾਰਾ, ਲੀਡਸ ਟੂ ਆਰਗੂਮੈਂਟਸ, ਇਹਨਾਂ ਬਹਿਸ ਸ਼ੁਰੂ ਹੋ ਜਾਂਦੀ ਸੜਕਾਂ ਦੇ ਉੱਤੇ, ਲੋਕੀ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ, ਬਹਿਸ ਕਰਨ, ਐਂਡ ਫਾਈਟਸ, ਲੜਨ ਵੀ ਲੱਗ ਜਾਂਦੇ ਨੇ ਬੱਚਿਓ। ਕਈ ਸ਼ਹਿਰਾਂ ਤੇ ਬੱਚਿਓ ਗੋਲੀਆਂ ਚੱਲ ਜਾਂਦੀਆਂ ਨੇ, ਘੁਸਣਮੁਖੀ ਹੋਣ ਲੱਗ ਜਾਂਦੇ ਨੇ। ਕਿੰਨੀ ਮੂਰਖਤਾ ਵਾਲੀ ਗੱਲ ਹੈ, ਜਿੱਦਾਂ ਛੋਟੇ ਛੋਟੇ ਬੱਚੇ ਲੜਦੇ ਨੇ ਉੱਦਾਂ ਕਾਰਾਂ ਗੱਡੀਆਂ ਵਾਲੇ ਲੋਕੀ ਸੜਕਾਂ ਤੇ ਲੜਦੇ ਨੇ। ਤੇ ਕਾਰਨ ਕੀ ਹੁੰਦਾ ਬੱਚਿਓ? ਬੇਸਬਰੀ, ਕਾਲਾਪਨ, ਹੌਰਨ ਵਜਾਈ ਜਾਣਾ, ਗੱਡੀ ਗਲਤ ਥਾਂ ਤੇ ਓਵਰਟੇਕ ਕਰੀ ਜਾਣੀ, ਤੇ ਮੁੱਛ ਦਾ ਸਵਾਲ ਬਣਾ ਲੈਣਾ ਵੀ ਇਹ ਗੱਡੀ ਮੇਰੇ ਤੋਂ ਅੱਗੇ ਕਿਉਂ ਲੰਘ ਗਈ। ਇਹ ਬੱਚਿਓ ਮੂਰਖਤਾਵਾਂ ਨੇ, ਤੇ ਇਹਨਾਂ ਤੋਂ ਅਸੀਂ ਸਾਰਿਆਂ ਨੂੰ ਬਚਣਾ ਚਾਹੀਦਾ ਹੈ। ਸੋ ਬੱਚਿਓ ਇਸ ਕਰਕੇ ਕਹਿੰਦੇ ਸਮਟਾਈਮਸ ਦੀ ਇੰਪੇਸ਼ੈਂਟ ਬਿਹੇਵੀਅਰ, ਇਹ ਬੇਸਬਰੀ ਵਾਲਾ ਵਰਤਾਰਾ ਕਈ ਵਾਰ ਬਹਿਸ ਤੇ ਲੜਾਈਆਂ ਨੂੰ ਵੀ ਜਨਮ ਦਿੰਦਾ ਹੈ। ਤੇ ਅਗਲੀ ਗੱਲ ਕੀ ਹੈ ਬੱਚਿਓ, ਸਾਡੇ ਆਪਣੇ ਹਿੱਤ ਲਈ, ਬੀਇੰਗ ਪੇਸ਼ੈਂਟ ਅਰਥਾਤ ਸਬਰ ਰੱਖਣਾ, ਔਨ ਦੀ ਰੋਡ ਸੜਕ ਉੱਤੇ ਸਬਰ ਵਾਲਾ ਹੋਣਾ, ਇਜ਼ ਆਲਸੋ ਹੈਲਦੀ, ਇਹ ਸਾਡੀ ਸਿਹਤ ਲਈ ਬੜਾ ਚੰਗਾ ਹੈ। ਜਦੋਂ ਬੱਚੇ ਅਸੀਂ ਬੇਸਬਰੇ ਹੁੰਦੇ ਹਾਂ, ਸਾਡੇ ਦਿਲ ਦੀ ਧੜਕਣ ਵੱਧ ਜਾਂਦੀ ਹੈ, ਸਾਡਾ ਖੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ, ਸਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਕਈ ਲੋਕਾਂ ਦੀ ਨਾੜੀਆਂ ਫਟ ਜਾਂਦੀਆਂ ਨੇ, ਕਈ ਲੋਕਾਂ ਨੂੰ ਹਾਰਟ ਅਟੈਕ ਹੋ ਜਾਂਦਾ ਹੈ, ਤੇ ਇਹ ਸਾਰੀਆਂ ਚੀਜ਼ਾਂ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀਆਂ ਨੇ। ਇਸ ਕਰਕੇ ਬੱਚਿਓ ਬੀਇੰਗ ਪੇਸ਼ੈਂਟ ਔਨ ਦਾ ਰੋਡ ਇਜ਼ ਆਲਸੋ ਹੈਲਦੀ। ਜਿਹੜਾ ਮਨੁੱਖ ਸਬਰ ਕਰ ਰਿਹਾ ਹੈ ਉਹ ਕਿਸੇ ਤੇ ਅਹਿਸਾਨ ਨਹੀਂ ਕਰ ਰਿਹਾ, ਉਹ ਆਪਣੇ ਤਨ ਨੂੰ ਨਰੋਆ ਰੱਖ ਰਿਹਾ ਹੈ। ਸੋ ਇਹ ਬੜੀ ਸਿਹਤ ਵਾਲੀ ਗੱਲ ਹੈ। ਐਂਡ ਆਲਸੋ ਹੈਲਪਸ ਪ੍ਰਮੋਟ ਪੀਸ, ਸ਼ਾਂਤੀ, ਐਂਡ ਹਾਰਮੋਨੀ, ਹਾਰਮੋਨੀ ਦਾ ਮੇਲ ਮਿਲਾਪ, ਹੈ ਨਾ। ਇਹਦੇ ਨਾਲ ਸਮਾਜ ਦੇ ਵਿੱਚ ਸ਼ਾਂਤੀ ਅਤੇ ਮੇਲ ਮਿਲਾਪ ਦੀ ਭਾਵਨਾ ਨੂੰ ਹੱਲਾਸ਼ੇਰੀ ਮਿਲਦੀ ਹੈ, ਲੜਾਈ ਝਗੜੇ ਘਟਦੇ ਨੇ। ਸੋ ਪਿਆਰੇ ਵਿਦਿਆਰਥੀਓ, ਇਹ ਜਿਹੜੇ ਸਵਾਲ 3 ਬਣਾਏ ਨੇ ਤੁਹਾਡੀ ਕਿਤਾਬ ਵਿੱਚ, ਬੜੇ ਹੀ ਸੋਝੀ ਵਾਲੇ, ਬੜੇ ਹੀ ਸੂਝਵਾਨ ਸਵਾਲ ਨੇ, ਤੇ ਇਹਨਾਂ ਨੂੰ ਤੁਸੀਂ ਜ਼ਰੂਰ ਇਹਨਾਂ ਨੂੰ ਕੰਠ ਕਰੋ, ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਓ। ਤੇ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਾਂਗਾ, ਘਰ ਜਾ ਕੇ ਆਪਣੇ ਕੋਈ ਤੁਹਾਡੇ ਵੱਡੇ ਭੈਣ ਭਰਾ ਨੇ ਜਾਂ ਮਾਤਾ ਪਿਤਾ ਨੇ, ਇਹ ਜਿਹੜੀ ਗੱਲਾਂ ਨੇ ਉਹਨਾਂ ਨਾਲ ਵੀ ਸਾਂਝੀਆਂ ਕਰੋ। ਉਹ ਵੀ ਬੜੇ ਖੁਸ਼ ਹੋਣਗੇ ਕਿ ਸਾਡੇ ਬੱਚੇ ਕਿੰਨੇ ਸਿਆਣੇ ਬਣ ਰਹੇ ਨੇ, ਚੰਗੀਆਂ ਗੱਲਾਂ ਸਿੱਖ ਰਹੇ ਨੇ। ਤੇ ਜੇ ਉਹਨਾਂ ਦਾ, ਵੱਡਿਆਂ ਦਾ, ਇਹਨਾਂ ਗੱਲਾਂ ਵਾਲੇ ਪਾਸੇ ਧਿਆਨ ਕਦੀ ਨਾ ਗਿਆ ਹੋਵੇ, ਉਹਨਾਂ ਦਾ ਵੀ ਧਿਆਨ ਇਹਨਾਂ ਗੱਲਾਂ ਵਾਲੇ ਪਾਸੇ ਜਾਏਗਾ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਮਨ ਲਗਾ ਕੇ, ਨੇਮ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।